ਬਾਜ਼ 'ਚ ਕਾਫੀ ਨਸਲ ਹੈ ਜੀ। ਸਭ ਤੋਂ ਜਿਹੜੀ ਸਿਰਮੌਰ ਨਸਲ ਮੰਨੀ ਜਾਂਦੀ ਹੈ, ਜਿਹੜੀ ਗੁਰੂ ਸਾਹਿਬ ਕੋਲ ਵੀ ਸੀ, ਉਹਨੂੰ ਸ਼ਾਹੀਨ ਕਿਹਾ ਜਾਂਦਾ ਜੀ। ਅੱਜ ਕੱਲ੍ਹ ਦੁਬਈ 'ਚ ਸ਼ੇਖ ਉਹਨੂੰ ਰੱਖਦੇ ਆ, ਉਹਦੀ ਕੀਮਤ ਕਰੋੜਾਂ 'ਚ ਹੈ ਜੀ। ਤੇ ਇਹਨਾਂ ਦੀ ਸਭ ਤੋਂ ਵੱਡੀ ਖਾਸੀਅਤ ਹੁੰਦੀ ਹੈ ਮੁਰਦਾਰ ਨਹੀਂ ਖਾਂਦੇ ਜੀ, ਤਾਜ਼ਾ ਸ਼ਿਕਾਰ ਕਰਕੇ ਖਾਂਦੇ ਆ। ਦੂਜਾ, ਇਹ ਪਿੰਜਰੇ 'ਚ ਨਹੀਂ ਰਹਿ ਸਕਦੇ। ਤੇ ਤੀਜੀ ਜਿਹੜੀ ਗੱਲ ਹੈ ਇਹਨਾਂ 'ਚ ਸਭ ਤੋਂ ਵਧੀਆ ਹੈਗੀ ਕਿ ਇਹ ਕਿਸੇ ਵੀ ਤਰ੍ਹਾਂ ਦਾ ਬੰਧਨ ਹੋਏ ਜਾਂ ਜ਼ਿਗ ਜ਼ੈਗ ਤੁਸੀਂ ਕੁਝ ਵੀ ਬਣਾ ਦਿਓ, ਇਹਨਾਂ ਦਾ ਰਸਤਾ ਰੋਕਣ ਲਈ ਹਰ ਚੀਜ਼ 'ਚੋਂ ਲੰਘ ਜਾਂਦੇ ਆ। ਕੁਦਰਤੀ ਸਾਨੂੰ ਆ ਜਿਵੇਂ ਸੇਵਾ ਕਰਨ ਦਾ ਮੌਕਾ ਰੱਬ ਵੱਲੋਂ ਮਿਲਿਆ ਤੇ ਅਸੀਂ ਬਾਜ਼ ਹੈਂਡਲ ਕਰਨੇ ਸ਼ੁਰੂ ਕਰਤੇ। ਉਸ ਤੋਂ ਬਾਅਦ ਜਗ੍ਹਾ ਜਗ੍ਹਾ ਤੇ ਜਿਵੇਂ NGOs ਨੂੰ ਪਤਾ ਲੱਗ ਜਾਂਦਾ, ਬੰਦਿਆਂ ਨੂੰ ਪਤਾ ਲੱਗ ਜਾਂਦਾ ਹੈਂਡਲ ਕਰਨੇ, ਤਾਂ ਉਹਨਾਂ ਦੀ ਕਾਲ ਆਉਂਦੀ ਸੀ। ਇਹਨਾਂ ਦਾ ਬੋਡੀ ਟੈਂਪਰੇਚਰ 107 ਹੁੰਦਾ ਜੀ। ਜੇ ਤਾਪਮਾਨ ਵਧਿਆ ਹੋਏ, ਗਰਮੀ ਬਹੁਤ ਵਧੀ ਹੋਈ, ਤਾਂ ਇਹਨਾਂ ਦਾ ਟੈਂਪਰੇਚਰ ਵਧਣ ਕਰਕੇ ਥੱਲੇ ਗਿਰ ਜਾਂਦੇ ਆ। ਚਾਈਨੀਜ਼ ਡੋਰ ਇੱਕ ਐਸੀ ਡੋਰ ਹੈ, ਨਾ ਉਹ ਟੁੱਟਦੀ ਹੈ ਜੀ ਨਾ ਗਲਦੀ ਹੈ। ਤੇ ਉਹਦੇ ਵਿੱਚ ਜਦੋਂ ਇਹਨਾਂ ਦਾ ਪੈਰ ਫਸ ਜਾਂਦਾ ਜਾਂ ਕੋਈ ਕਬੂਤਰ ਉਸ ਡੋਰ 'ਚ ਫਸਿਆ ਹੁੰਦਾ, ਸ਼ਿਕਾਰ ਕਰਨ ਲਈ ਉੱਥੇ ਜਾਂਦੇ ਆ ਤਾਂ ਇਹ ਵੀ ਫਸ ਜਾਂਦੇ ਆ ਜੀ। ਤੇ ਇਸੇ ਤਰ੍ਹਾਂ ਸਾਡੇ ਕੋਲ ਜਿੰਨੇ ਵੀ ਬਾਜ਼ ਹੈਗੇ, ਉਸ ਤੋਂ ਜ਼ਿਆਦਾਤਰ ਜਿਹੜੇ ਹੈਗੇ ਉਹ ਚਾਈਨੀਜ਼ ਡੋਰ 'ਚ ਫਸਣ ਕਾਰਨ ਸਾਡੇ ਕੋਲ ਆਏ ਆ ਜੀ। ਤੁਸੀਂ ਕਿਹਾ ਕਿ ਇਹਨੂੰ ਪਿੰਜਰੇ 'ਚ ਨਹੀਂ ਰੱਖਿਆ ਜਾ ਸਕਦਾ, ਤੁਸੀਂ ਪਿੰਜਰੇ 'ਚ ਬੰਦ ਕੀਤਾ ਹੋਇਆ ਹੈਗਾ ਇਹਨਾਂ ਨੂੰ। ਇਹ ਜ਼ਖਮੀ ਤੱਕ ਹੀ ਜਦੋਂ ਤੱਕ ਇਹ ਠੀਕ ਨਹੀਂ ਹੁੰਦੇ ਉਹਨਾਂ ਟਾਈਮ ਕਿ ਪੱਕੇ ਤੁਸੀਂ ਰੱਖੇ ਹੋਏ ਨੇ? ਜਦੋਂ ਇਹ ਜ਼ਖਮੀ ਹੋ ਜਾਂਦੇ ਆ, ਜਾਂ ਤਾਂ ਇਹਨਾਂ ਦੇ ਲੱਤ ਤੇ ਸੱਟ ਹੁੰਦੀ ਹੈ ਜ਼ਿਆਦਾ, ਜਾਂ ਇਹਨਾਂ ਦੇ ਮੋਢੇ ਉਤਰ ਜਾਂਦੇ ਆ ਜੀ, ਜਿਹਦੇ ਕਾਰਨ ਇਹ ਉੜ ਨਹੀਂ ਸਕਦੇ। ਇਹ ਵੀ ਕਹਿੰਦੇ ਨੇ ਕਿ ਇਸ ਪੰਛੀ ਦੀ ਉਮਰ ਬੜੀ ਲੰਬੀ ਹੁੰਦੀ ਹੈ, 70-80 ਸਾਲ ਤੱਕ ਹੁੰਦੀ ਹੈ, ਪਰ ਕਹਿੰਦੇ 40 ਸਾਲ ਤੋਂ ਬਾਅਦ ਇਹਨਾਂ ਦੀ ਜਿਹੜੀ ਉਹ ਕਪੈਸਿਟੀ ਹੁੰਦੀ ਆ ਲੜਨ ਦੀ, ਸ਼ਿਕਾਰ ਕਰਨ ਦੀ, ਉਹ ਖਤਮ ਹੋ ਜਾਂਦੀ ਹੈ। ਉਸ ਤੋਂ ਬਾਅਦ ਦੋ ਸਾਧਨ ਬਚਦੇ ਨੇ, ਜਾਂ ਤਾਂ ਕਿਸੇ ਦਾ ਕੀਤਾ ਹੋਇਆ ਸ਼ਿਕਾਰ ਖਾਣ, ਜਾਂ ਫਿਰ ਇਹ ਕੀ ਕਰਦੇ ਨੇ ਕਿ ਦੂਰ ਪਹਾੜੀਆਂ ਚਲੇ ਜਾਂਦੇ ਨੇ, ਆਪਣੀ ਚੁੰਝ, ਆਪਣੇ ਪੰਖ, ਆਪਣੀਆਂ ਨੌਂਦਰਾਂ ਤੋੜ ਲੈਂਦੇ ਨੇ, ਉਸ ਤੋਂ ਬਾਅਦ ਦੁਬਾਰਾ ਆਉਂਦੀਆਂ। ਇਸ ਗੱਲ ਦੇ ਵਿੱਚ ਸੱਚਾਈ ਹੈ? ਇਹ ਸੱਚ ਹੈ ਜੀ। ਜਦੋਂ ਇਹਨਾਂ ਨੂੰ ਲੱਗਦਾ ਹੈ ਕਿ ਇਹਨਾਂ ਦੀ ਜਿਹੜੀ ਚੁੰਝ ਆ ਉਸ 'ਚ ਜਾਨ ਨਹੀਂ ਰਹੀ, ਮਤਲਬ ਪਕੜ ਪੂਰੀ ਨਹੀਂ ਰਹੀ, ਜਾਂ ਇਹਨਾਂ ਦੇ ਜਿਹੜੇ ਨੇਲਸ ਹੈ ਟੁੱਟ ਚੁੱਕੇ ਅੱਧੇ ਅੱਧੇ, ਤਾਂ ਇਹ ਕੋਈ ਉੱਚੀ ਜਗ੍ਹਾ ਤੇ ਜਾ ਕੇ ਪੱਥਰ ਤੇ ਆਪਣੀ ਚੁੰਝ ਨੂੰ ਮਾਰ ਕੇ ਜਾਂ ਨੋਆਂ ਨੂੰ ਘਸਾ ਕੇ ਤੋੜ ਦਿੰਦੇ ਆ ਜੀ। ਫਿਰ ਇਹ ਵੇਟ ਕਰਦੇ ਆ ਕਿ ਉਹ ਚੀਜ਼ ਆਏ, ਉਦੋਂ ਤੱਕ ਇਹ ਛੋਟਾ ਮੋਟਾ ਸ਼ਿਕਾਰ ਜ਼ਮੀਨ ਤੇ ਜਾਂ ਕੁਝ ਵੀ ਖਾ ਲੈਂਦੇ ਆ। ਤੇ ਸ਼ਿਕਾਰ ਨਾ ਮਿਲਣਾ ਵੀ ਇੱਕ ਬੜੀ ਵੱਡੀ ਇਹਨਾਂ 'ਚ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਜਿਵੇਂ ਟਾਵਰ ਲੱਗਣ ਨਾਲ, 5G ਆਉਣ ਨਾਲ, ਜਾਂ ਹੋਰ ਜਿਹੜਾ ਪੋਲਿਊਸ਼ਨ ਵੱਧ ਰਿਹਾ, ਉਹਦੇ ਨਾਲ ਛੋਟੇ ਪੰਛੀ, ਚਿੜੀਆਂ, ਕਬੂਤਰ ਬਹੁਤ ਘੱਟ ਰਹੇ ਆ ਜੀ। ਉਹਦੇ ਕੱਟਣ ਕਰਕੇ ਇਹਨਾਂ ਨੂੰ ਸ਼ਿਕਾਰ ਮਿਲਦਾ ਨਹੀਂ, ਤੇ ਉਹ ਵੀ ਇੱਕ ਕਾਰਨ ਮੇਨ ਮੰਨਿਆ ਜਾ ਸਕਦਾ ਹੈ ਕਿ ਇਹ ਮੁਰਦਾਰ ਖਾਣ ਲਈ ਮਜਬੂਰ ਹੋ ਰਹੇ ਨੇ। ਕਮਾਲ ਦੇ ਬੰਦੇ ਪ੍ਰੋਗਰਾਮ ਤੁਸੀਂ ਦੇਖ ਰਹੇ ਹੋ, ਕੈਮਰਾਮੈਨ ਮਲਕੀਤ ਸਿੰਘ ਦੇ ਨਾਲ ਮੈਂ ਹੈਪੀ ਭਗਤਾ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ, ਕਿਉਂਕਿ ਅਸੀਂ ਇਸ ਪ੍ਰੋਗਰਾਮ ਤਹਿਤ, ਇਸ ਲੜੀ ਤਹਿਤ ਤੁਹਾਨੂੰ ਪੰਜਾਬ ਦੇ ਵੱਖ-ਵੱਖ ਉਹਨਾਂ ਵਿਅਕਤੀਆਂ ਨਾਲ ਗੱਲਬਾਤ ਕਰਾਉਣੇ ਆ ਜਿਹੜੇ ਕੁਝ ਵੱਖਰਾ ਕਰਦੇ ਨੇ, ਵੱਖਰੀ ਸਮਝ ਰੱਖਦੇ ਨੇ, ਵੱਖਰੀ ਸੋਚ ਰੱਖਦੇ ਨੇ, ਲੋਕਾਂ ਤੋਂ ਹਟ ਕੇ ਚੱਲਣ ਦੀ ਕੋਸ਼ਿਸ਼ ਕਰਦੇ ਨੇ, ਪਾਣੀ ਦੇ ਵਹਾਅ ਤੋਂ ਉਲਟ ਬਹਿੰਦੇ ਨੇ। ਤੇ ਕਹਿੰਦੇ ਨੇ ਕਿ ਬਹੁਤ ਸਾਰੀਆਂ NGO ਨੇ ਜੋ ਜਿਹੜੇ ਜਾਨਵਰ ਨੇ, ਪਸ਼ੂ ਨੇ, ਉਹਨਾਂ ਨੂੰ ਸਾਂਭਦੀਆਂ ਨੇ, ਜਾਂ ਐਨੀਮਲ ਨੇ ਉਹਨਾਂ ਨੂੰ ਸਾਂਭਦੀਆਂ ਨੇ। ਪਰ ਪਟਿਆਲੇ ਦਾ ਰਹਿਣ ਵਾਲਾ ਸੰਦੀਪ ਸਿੰਘ ਇੱਕ ਇਹੋ ਜਿਹਾ ਸ਼ਖਸ ਹੈ ਜੋ ਪੰਛੀਆਂ ਨੂੰ ਸਾਂਭਦਾ ਹੈਗਾ। ਜੋ ਤੁਸੀਂ ਦੇਖ ਰਹੇ ਹੋ, ਇਹ ਬਾਜ਼ ਹੈ, ਤੇ ਬਾਜ਼ ਦਾ ਸਾਡੇ ਸਿੱਖ ਧਰਮ ਦੇ ਵਿੱਚ ਬਹੁਤ ਸਤਿਕਾਰ ਹੈ। ਗੁਰੂ ਗੋਬਿੰਦ ਸਿੰਘ ਜਿਹੜੇ ਸਾਡੇ 10ਵੇਂ ਗੁਰੂ ਨੇ, ਉਹਨਾਂ ਕੋਲ ਅਕਸਰ ਬਾਜ਼ ਰਹਿੰਦਾ ਸੀ। ਬੜਾ ਤੇਜ਼ ਤਰਾਰ ਪੰਛੀ ਹੈ। ਤਾਂ ਇਸ ਨੂੰ ਜੇ ਆਪਾਂ ਦੇਖੀਏ ਕਿ ਇਹਦਾ ਜਿਹੜਾ ਮੁੱਖ ਭੋਜਨ ਹੈ ਉਹ ਮਾਸ ਹੀ ਹੈ। ਤੇ ਇਹ ਜ਼ਖਮੀ ਹਾਲ ਦੇ ਵਿੱਚ ਸੰਦੀਪ ਸਿੰਘ ਨੂੰ ਮਿਲਿਆ ਸੀਗਾ, ਤੇ ਉਸ ਤੋਂ ਬਾਅਦ ਇਹਨਾਂ ਨੂੰ ਲੱਗਿਆ ਕਿ ਪੰਛੀਆਂ ਨੂੰ ਸਾਂਭਣਾ ਚਾਹੀਦਾ। ਚਾਈਨਾ ਡੋਰ ਆ ਗਈ ਜਾਂ ਟਾਵਰ ਆ ਗਏ, ਉਸ ਦੇ ਨਾਲ ਪੰਛੀ ਜਿਹੜੇ ਦਿਨ ਪ੍ਰਤੀ ਦਿਨ ਖਤਮ ਹੁੰਦੇ ਜਾਂਦੇ ਨੇ। ਸੰਦੀਪ ਸਿੰਘ ਸਾਡੇ ਨਾਲ ਨੇ। ਸੰਦੀਪ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਥੈਂਕ ਯੂ ਸਰ, ਥੈਂਕ ਯੂ ਜੀ। ਸੰਦੀਪ ਜੀ, ਕਿਵੇਂ ਦਿਮਾਗ ਦੇ ਵਿੱਚ ਆ ਗਿਆ? ਕਿਉਂਕਿ ਇੱਕਦਮ ਮਨ ਦੇ ਵਿੱਚ ਆ ਜਾਂਦਾ ਹੈਗਾ ਬੰਦੇ ਦੇ, ਇਹ ਤਾਂ ਹੁੰਦਾ ਨਹੀਂ ਪੰਛੀ ਸਾਂਭਣੇ ਨੇ। ਇੱਥੇ ਬੰਦੇ ਦੇ ਆਪਣੇ ਹਾਲਾਤ ਮਾੜੇ ਹੋ ਚੁੱਕੇ ਹੁੰਦੇ ਨੇ ਕਿ ਬੰਦਾ ਰੁਜ਼ਗਾਰ ਨਹੀਂ ਹੈ ਸਾਡੇ ਸਮਾਜ ਦੇ ਵਿੱਚ, ਸਾਡੇ ਦੇਸ਼ ਦੇ ਵਿੱਚ, ਤਾਂ ਨਾਲ ਇਸ ਤਰ੍ਹਾਂ ਵੀ ਤੁਸੀਂ ਸੋਚਦੇ ਹੋ ਕਿ ਪੰਛੀਆਂ ਨੂੰ ਬਚਾਇਆ ਜਾਵੇ? ਸਰ, ਇਹ ਸਾਨੂੰ ਬਚਪਨ ਤੋਂ ਹੀ, ਮਤਲਬ ਤੁਸੀਂ ਲਾ ਕੇ ਚੱਲੋ ਕਿ ਬੰਦਾ ਜਿਵੇਂ ਅਟਰੈਕਟ ਹੋ ਜਾਂਦਾ, ਜਿਵੇਂ ਇੱਕ ਬੰਦੇ ਨੂੰ ਦੇਖ ਕੇ ਕਿ ਪੰਛੀ ਚੀਜ਼ ਦੇਖਦੇ ਆ। ਜਦੋਂ ਬਾਜ਼ ਜਿਹੜਾ ਹੈਗਾ ਉਹ ਸਾਡੇ ਸਿੱਖ ਧਰਮ ਨਾਲ ਰਿਲੇਟਡ ਸੀ, ਤੇ ਬਹੁਤ ਉਦੋਂ ਚਾਹ ਹੁੰਦਾ ਸੀ ਕਿ ਬਾਜ਼ ਸਾਨੂੰ ਦਿਖੇ। ਮੋਸਟਲੀ ਤੁਸੀਂ ਦੇਖਿਆ ਹੋਏਗਾ ਕਿ ਬਾਜ਼ ਆਮ ਤੌਰ 'ਤੇ ਨਜ਼ਰ ਨਹੀਂ ਆਉਂਦਾ ਜੀ, ਬਹੁਤ ਘੱਟ ਹੁੰਦਾ ਹੈ ਕਿ ਤੁਹਾਨੂੰ ਕਿੱਥੇ ਮਿਲ ਜੇ ਜਾਂ ਦਿਖ ਜੇ। ਤੇ ਜਿਹੜਾ ਹੁਣ ਦੌਰ ਚੱਲ ਰਿਹਾ ਜੀ ਕਿ ਬੰਦੇ ਕੋਲ ਇੰਨਾ ਸਮਾਂ ਨਹੀਂ ਹੈ ਜੀ ਉਹ ਸਿਰ ਚੱਕ ਕੇ ਉੱਪਰ ਨੂੰ ਦੇਖ ਸਕੇ। ਚੰਦ ਦੇਖਣਾ, ਤਾਰਾ ਦੇਖਣੇ ਲੋਕਾਂ ਨੇ ਬੰਦ ਕਰਤੇ। ਪੰਛੀ ਬਹੁਤ ਵੱਡੀ ਗੱਲ। ਬੰਦਿਆਂ ਕੋਲੇ ਆਪਣੇ ਕੋਲੇ ਮੋਬਾਈਲ ਹੈ, ਮੋਬਾਈਲ ਹੀ ਦਿਖੀ ਜਾਂਦਾ, ਮਤਲਬ ਨਿਗਾਹ ਥੱਲੇ ਰਹਿੰਦੀ ਹੈ ਤੇ ਅੰਗੂਠਾ ਚੱਲੀ ਜਾਂਦਾ। ਮੋਬਾਈਲ 'ਚ ਬੜੀ ਹੋਈ ਹੈ ਜੀ ਦੁਨੀਆ, ਮੋਬਾਈਲ 'ਚ ਉਹਨਾਂ ਨੇ ਸਾਰਾ ਸੰਸਾਰ ਬਣਾਇਆ ਹੋਇਆ ਜੀ।
ਤੇ ਇਹ ਜਿਹੜੇ ਜੀਵ ਨੇ ਜੀ ਇਹ ਮਤਲਬ ਆਪਾਂ ਸੋਚਦੇ ਹਾਂ ਕਿ ਕਿਉਂ ਵੱਡੇ ਬਜ਼ੁਰਗਾਂ ਨੇ ਜਾਂ ਸਾਡੇ ਗੁਰੂਆਂ ਨੇ ਇਸ ਚੀਜ਼ ਨੂੰ ਰੱਖਿਆ, ਇਹਦੇ ਪਿੱਛੇ ਕਾਰਨ ਹੈ ਜੀ। ਹਰ ਚੀਜ਼ ਦਾ ਕਾਰਨ ਹੈ। ਹਰ ਜੀਵ ਜਿਹੜਾ ਉਸਨੇ ਬਣਾਇਆ ਧਰਤੀ ਤੇ, ਕੁਦਰਤ ਜਿਹੜੀ ਬਣਾਈ ਹੈ, ਹਰ ਚੀਜ਼ ਕੋਈ ਨਾ ਕੋਈ ਕਾਰਨ ਲੈ ਕੇ ਆਈ ਹੈ ਜੀ। ਇਨਸਾਨ ਦਾ ਜੋ ਉਹਨਾਂ ਮੋਟਿਵ ਸੀਗਾ, ਜੋ ਉਸ ਇਨਸਾਨ ਨੂੰ ਉਹਨਾਂ ਨੇ ਭੇਜਿਆ ਸੀ ਕਿ ਧਰਤੀ ਤੋਂ ਕਿਹੜੇ ਕਾਰਜ ਕਰਨੇ, ਉਹਨਾਂ ਕਾਰਜ ਤੋਂ ਉਲਟ ਚੱਲ ਰਿਹਾ। ਆਪਣੀ ਤਾਂ ਉਹ ਬਰਬਾਦੀ ਕਰ ਹੀ ਰਿਹਾ, ਨਾਲ ਨਾਲ ਕੁਦਰਤ ਦੀ, ਪਾਣੀ ਦੀ, ਹਵਾ ਦੀ, ਪੰਛੀਆਂ ਦੀ, ਸਾਰਿਆਂ ਨੂੰ ਬਰਬਾਦ ਕਰ ਰਿਹਾ ਜੀ, ਸਿਰਫ ਆਪਣੀ ਥੋੜੀ ਜੀ ਖੁਸ਼ੀ ਪਿੱਛੇ। ਜੀ ਜਿਸ ਨੂੰ ਸਾਡੇ ਗੁਰੂ ਸਾਹਿਬਾਨ ਵੀ ਕਿਹਾ ਗਿਆ ਕਿ ਪਵਨ ਗੁਰੂ, ਪਾਣੀ ਪਿਤਾ, ਮਾਤਾ ਧਰਤ ਮਹੱਤ, ਮਤਲਬ ਹਰ ਚੀਜ਼ ਅਸੀਂ ਪਲੀਤ ਕਰ ਦਿੱਤੀ ਹੈ। ਪਲੀਤ ਕਰਤੀ ਜੀ, ਕਿਉਂਕਿ ਇਨਸਾਨ ਨੂੰ ਨਾ ਭਰੋਸਾ ਨਹੀਂ ਰਿਹਾ ਜੀ। ਰੱਬ ਤੇ ਭਰੋਸਾ ਨਹੀਂ ਕਰਦਾ, ਆਪਣਿਆਂ ਤੇ ਭਰੋਸਾ ਨਹੀਂ ਕਰਦਾ। ਉਹ ਚਾਹੁੰਦਾ ਕਿ ਮੈਂ ਜ਼ਿਆਦਾ ਤੋਂ ਜ਼ਿਆਦਾ ਅਮੀਰ ਹੋਵਾਂ ਜੀ। ਅਮੀਰ ਹੋਈ ਜਾਂਦੇ, ਅਮੀਰ ਹੋਣ ਦੀ ਤਾਂਗ ਉਸ ਤੋਂ ਉਹ ਕੰਮ ਕਰਵਾ ਰਹੀ ਹੈ। ਜਿੱਦਾਂ ਉਹਨੇ ਏਸੀ, ਗੱਡੀਆਂ, ਬਹੁਤ ਚੀਜ਼ਾਂ ਬਣਾਈਆਂ, ਚਲੋ ਜ਼ਰੂਰੀ ਹੈ, ਪਰ ਇੰਨੀ ਤਾਦਾਦ 'ਚ ਬਣਾ ਦਿੱਤੀ ਤਾਂ ਜਿਹੜਾ ਸਾਡਾ ਕੁਦਰਤ ਹੈ ਜੀ, ਮੌਸਮ ਹੈ, ਓਜ਼ੋਨ ਦੀ ਪਰਤ ਹੈ, ਸਭ ਖਤਮ ਹੋ ਰਹੀ ਹੈ ਜੀ। ਹੌਲੀ ਹੌਲੀ ਹਰ ਚੀਜ਼ ਦੂਸ਼ਿਤ ਹੋ ਰਹੀ ਹੈ। ਤੁਸੀਂ ਨਿਊਜ਼ ਤੇ ਅਕਸਰ ਦੇਖਦੇ ਹੋਗੇ, ਹੁਣ ਆ ਪਿੱਛੇ ਜਿਹੜਾ ਮਾਚੀਵਾੜ ਦੇ ਜੰਗਲ 'ਚ ਵੀ ਚੱਲਿਆ ਸੀ, ਜਿਹੜੀ ਨਦੀ ਉੱਤੇ ਫੈਕਟਰੀਆਂ ਲੱਗ ਰਹੀਆਂ ਸੀ ਤੇ ਉਹ ਕੈਂਸਲ ਹੋਈਆਂ। ਉਹਦਾ ਕਾਰਨ ਇਹ ਹੈ ਜੀ, ਜੀਵ ਹੱਤਿਆ ਹੋ ਰਹੀ ਹੈ, ਪੂਰੀ ਤਰ੍ਹਾਂ ਹੋ ਰਹੀ ਹੈ। ਕਿਉਂਕਿ ਕੁਝ ਲੋਕਾਂ ਨੂੰ ਤਾਂ ਗਿਆਨ ਹੀ ਨਹੀਂ ਹੈ ਜੀ। ਬਜ਼ੁਰਗਾਂ ਨੂੰ ਗਿਆਨ ਸੀਗਾ, ਸਾਡੇ ਆਉਣ ਵਾਲੀ ਜਨਰੇਸ਼ਨ ਨੂੰ ਇਸ ਬਾਰੇ ਕੁਝ ਨਹੀਂ ਪਤਾ। ਉਹਨੂੰ ਕਿਸੇ ਪੰਛੀ ਦਾ ਨਾਂ ਪੁੱਛ ਲਓ ਤੇ ਤੀਰੀ ਪੁੱਛ ਲਓ, ਜਾਂ ਤੁਸੀਂ ਗਾਂ ਬਾਰੇ ਪੁੱਛ ਲਓ, ਉਹਨਾਂ ਨੂੰ ਕੁਝ ਨਹੀਂ ਪਤਾ ਜੀ। ਜਿਹੜੀ ਅੱਜ ਕੱਲ੍ਹ ਦੀ ਜਨਰੇਸ਼ਨ ਹੈ, ਇਹ ਚੀਜ਼ ਖਤਮ ਹੁੰਦੀ ਜਾ ਰਹੀ ਹੈ। ਇਹ ਤਾਂ ਸਾਡੇ ਜਿਵੇਂ ਬਜ਼ੁਰਗਾਂ ਦਾ ਹੱਥ ਲਾਓ ਜਾਂ ਮਹਾਰਾਜ ਦੀ ਕਿਰਪਾ ਕਰ ਲਓ, ਸਾਡੇ ਸਿਰ ਤੇ ਹੈਗੀ। ਤੇ ਸਾਡੀ ਸੰਸਥਾ ਜਿਹੜੀ ਸਾਈਂ ਜੀ ਐਨੀਮਲ ਕੇਅਰ ਸੁਸਾਇਟੀ ਹੈ, ਉਹਨਾਂ ਨੇ ਹੁਣ ਬਰਡਸ ਲਈ ਵੀ ਸ਼ੈਲਟਰ ਬਣਾਇਆ ਜੀ। ਤੇ ਇਸ ਚੀਜ਼ ਨਾਲ ਜੁੜਨ ਤੋਂ ਬਾਅਦ ਸਾਨੂੰ ਨੌਲੇਜ ਆਈ ਕਿ ਪੰਛੀ, ਜੀਵ ਹੋ ਗਏ ਜਾਂ ਗਾਂ ਤੱਕ ਹੋ ਗਈ, ਡੌਗ ਹੋ ਗਿਆ, ਹਰ ਚੀਜ਼ ਦਾ ਕੋਈ ਕਾਰਨ ਹੈ ਜੀ। ਤੇ ਉਸ ਤੋਂ ਬਾਅਦ ਅਸੀਂ ਮਤਲਬ ਜਿਵੇਂ ਜ਼ਖਮੀ ਜੀਵ ਦੇਖਦੇ ਸੀ, ਹੌਲੀ ਹੌਲੀ ਉਹਨਾਂ ਨੂੰ ਅਸੀਂ ਸਾਂਭ ਸੰਭਾਲ ਸ਼ੁਰੂ ਕੀਤੀ ਜੀ। ਤੇ ਹੌਲੀ ਸਾਨੂੰ ਹਰ ਤਰ੍ਹਾਂ ਦਾ ਜੀਵ ਮਿਲਿਆ ਤੇ ਉਹਦੇ ਬਾਰੇ ਨੌਲੇਜ ਹੋਈ ਜੀ। ਕਿਤਾਬਾਂ 'ਚ ਪੜ੍ਹਿਆ, ਗੂਗਲ ਤੋਂ ਸਰਚ ਕੀਤਾ ਤੇ ਕਈ ਇਦਾਂ ਦੀਆਂ ਚੀਜ਼ਾਂ ਦੇਖਣ ਤੋਂ ਬਾਅਦ ਜਿਵੇਂ ਤੁਹਾਡੇ ਕੋਲੇ ਬਾਜ ਨੇ 5-7 ਜੋੜੇ ਨੇ, ਮੈਨੂੰ ਲੱਗਦਾ 5 ਨੇ, ਹਨਾ, ਤਾਂ ਇਹ ਦਿਮਾਗ ਦੇ ਵਿੱਚ ਕਿਵੇਂ ਆਇਆ ਕਿ ਬਾਜ ਨੂੰ ਲੈ ਕੇ ਨਾ, ਕਿਉਂਕਿ ਇਹ ਜਿਹੜੀ ਹੈ ਪੰਛੀ ਦੀ ਨਸਲ ਆ ਜਿਹੜੀ ਇਹ ਖਤਮ ਹੁੰਦੀ ਜਾਂਦੀ ਹੈ। ਵੈਸੇ ਇਹਦੇ ਵਿੱਚ ਬਹੁਤ ਸਾਰੀਆਂ ਨਸਲਾਂ ਨੇ ਬਾਜ ਦੇ ਵਿੱਚ। ਬਾਜ 'ਚ ਕਾਫੀ ਨਸਲਾਂ ਹੈ ਜੀ। ਸਭ ਤੋਂ ਜਿਹੜੀ ਸਿਰਮੌਰ ਨਸਲ ਮੰਨੀ ਜਾਂਦੀ ਹੈ, ਜਿਹੜੀ ਗੁਰੂ ਸਾਹਿਬ ਕੋਲ ਵੀ ਸੀ, ਉਹਨੂੰ ਸ਼ਾਹੀਨ ਕਿਹਾ ਜਾਂਦਾ ਜੀ। ਅੱਜ ਕੱਲ੍ਹ ਦੁਬਈ 'ਚ ਸ਼ੇਖ ਉਹਨੂੰ ਰੱਖਦੇ ਆ, ਉਹਦੀ ਕੀਮਤ ਕਰੋੜਾਂ 'ਚ ਹੈ ਜੀ। ਮਤਲਬ ਤੁਸੀਂ ਲਾ ਕੇ ਚਲੋ 2-2 ਕਰੋੜ, 3-3 ਕਰੋੜ ਤੋਂ ਸ਼ੁਰੂਆਤ ਹੁੰਦੀ ਹੈ। ਤੇ ਉਹ ਵੀ ਹੁਣ ਪ੍ਰਦਰਸ਼ਨੀ ਲਈ ਲੋਕੀ ਰੱਖਦੇ ਆ ਜੀ ਉੱਥੇ ਦੇ। ਤੇ ਬਾਕੀ ਜਿਹੜੀ ਇਹ ਚੀਜ਼ਾਂ ਦੁਰਲਭ ਹੁੰਦੀ ਜਾ ਰਹੀਆਂ ਜੀ, ਬਹੁਤ ਘੱਟ ਮਿਲਦੀਆਂ। ਸਭ ਤੋਂ ਜਿਹੜੀ ਪੈਰਾਗਰਾਈਨ ਉਹਨੂੰ ਕਹਿੰਦੇ ਆ, ਉਹਦੀ 240 ਦੀ ਸਪੀਡ ਹੁੰਦੀ ਹੈ ਜੀ ਉੜਨ ਦੀ। ਤੇ ਉਹ ਕਾਫੀ ਦੂਰ ਤੋਂ, ਕਾਫੀ ਕਿਲੋਮੀਟਰ ਤੋਂ ਸੂੰਘ ਵੀ ਲੈਂਦਾ ਤੇ ਦੇਖ ਵੀ ਲੈਂਦਾ ਜੀ, ਆਪਣੇ ਜਿਹੜਾ ਉਹਨੇ ਸ਼ਿਕਾਰ ਕਰਨਾ ਹੁੰਦਾ। ਤੇ ਇਹਨਾਂ ਦੀ ਸਭ ਤੋਂ ਵੱਡੀ ਖਾਸੀਅਤ ਹੁੰਦੀ ਹੈ, ਮੁਰਦਾਰ ਨਹੀਂ ਖਾਂਦੇ ਜੀ, ਤਾਜ਼ਾ ਸ਼ਿਕਾਰ ਕਰਕੇ ਖਾਂਦੇ ਆ। ਦੂਜਾ, ਇਹ ਪਿੰਜਰੇ 'ਚ ਨਹੀਂ ਰਹਿ ਸਕਦੇ। ਤੇ ਤੀਜੀ ਜਿਹੜੀ ਗੱਲ ਹੈ ਇਹਨਾਂ 'ਚ ਸਭ ਤੋਂ ਵਧੀਆ ਹੈਗੀ ਕਿ ਇਹ ਕਿਸੇ ਵੀ ਤਰ੍ਹਾਂ ਦਾ ਬੰਧਨ ਹੋਏ ਜਾਂ ਜ਼ਿਗਜ਼ੈਗ ਤੁਸੀਂ ਕੁਝ ਵੀ ਬਣਾ ਦਿਓ, ਇਹਨਾਂ ਦਾ ਰਸਤਾ ਰੋਕਣ ਲਈ ਹਰ ਚੀਜ਼ 'ਚੋਂ ਲੰਘ ਜਾਂਦੇ ਆ। ਇਹਨਾਂ ਦੀ ਦੇਖਣ ਦੀ ਜਿਹੜੀ ਤਾਕਤ ਬਹੁਤ ਜ਼ਿਆਦਾ ਹੁੰਦੀ ਹੈ ਜੀ। ਤੇ ਜਿਹੜੇ ਸਾਨੂੰ ਬਾਜ ਮਿਲਦੇ ਆ ਜੀ, ਪਹਿਲਾਂ ਬਹੁਤ ਘੱਟ ਹੁੰਦਾ ਸੀ। ਸਾਨੂੰ ਡੌਗ ਦੇ ਕੇਸ ਆਉਂਦੇ ਸੀ, ਕੋਈ ਗਊ ਬਿਮਾਰ ਹੋ ਗਈ ਜਾਂ ਫਿਰ ਕੋਈ ਜੀਵ ਛੋਟਾ ਮੋਟਾ ਸਾਨੂੰ ਮਿਲ ਜਾਂਦਾ ਸੀ। ਬਾਜ ਬਹੁਤ ਰੇਅਰ ਹੁੰਦਾ ਸੀ ਜੀ, ਕੋਈ ਗਿਰਿਆ ਮਿਲ ਜੇ। ਹੁਣ ਬਾਜ ਇੱਕ ਐਸੀ ਚੀਜ਼ ਹੈ ਜੀ, ਜਿਹਨੂੰ ਦੇਖ ਕੇ ਬੰਦਾ ਥੋੜ੍ਹਾ ਜਿਹਾ ਖੌਫ ਖਾ ਜਾਂਦਾ ਔਰ ਇਹਦੇ ਕੋਲ ਜਾਂਦਾ, ਕਿਉਂਕਿ ਇਹਦੇ ਪੰਜੇ ਬਹੁਤ ਤਿੱਖੇ ਹੁੰਦੇ ਜੀ। ਤੀਜੀ ਜਿਹੜੀ ਇਹਨਾਂ 'ਚ ਹੈ, ਜੇ ਸ਼ਿਕਾਰ ਨੂੰ ਫੜ ਲਏ ਤਾਂ ਛੇਤੀ ਛੱਡਦਾ ਨਹੀਂ। ਤੇ ਇਹ ਤੁਸੀਂ ਲਾ ਲਓ ਕਿ ਕੁਦਰਤੀ ਸਾਨੂੰ ਆ ਜਿਵੇਂ ਸੇਵਾ ਕਰਨ ਦਾ ਮੌਕਾ ਰੱਬ ਵੱਲੋਂ ਮਿਲਿਆ ਤੇ ਅਸੀਂ ਬਾਜ ਹੈਂਡਲ ਕਰਨੇ ਸ਼ੁਰੂ ਕਰਤੇ। ਉਸ ਤੋਂ ਬਾਅਦ ਜਗ੍ਹਾ ਜਗ੍ਹਾ 'ਤੇ ਜਿਵੇਂ NGOs ਨੂੰ ਪਤਾ ਲੱਗ ਜਾਂਦਾ, ਬੰਦਿਆਂ ਨੂੰ ਪਤਾ ਲੱਗ ਜਾਂਦਾ ਹੈਂਡਲ ਕਰਨੇ, ਤਾਂ ਉਹਨਾਂ ਦੇ ਕਾਲ ਆਉਂਦੇ ਸੀ। ਜ਼ਿਆਦਾਤਰ ਇਹ ਵੈਸੇ ਗਿਰਦੇ ਨਹੀਂ, ਜਾਂ ਤਾਂ ਟੈਂਪਰੇਚਰ ਵੱਧ ਜੇ। ਇਹਨਾਂ ਦਾ ਬੋਡੀ ਟੈਂਪਰੇਚਰ 107 ਹੁੰਦਾ ਜੀ। ਜੇ ਤਾਪਮਾਨ ਵਧਿਆ ਹੋਏ, ਗਰਮੀ ਬਹੁਤ ਵਧੀ ਹੋਈ, ਤਾਂ ਇਹਨਾਂ ਦੇ ਟੈਂਪਰੇਚਰ ਵਧਣ ਕਰਕੇ ਥੱਲੇ ਗਿਰ ਜਾਂਦੇ ਆ। ਤੇ ਦੂਜੀ ਜਿਹੜੀ ਮੇਨ ਇਹਨਾਂ ਦੇ ਗਿਰਨ ਦੀ ਜਾਂ ਜ਼ਖਮੀ ਹੋਣ ਦਾ ਕਾਰਨ ਹੈ, ਉਹ ਜੀ ਚਾਈਨੀਜ਼ ਡੋਰ। ਚਾਈਨੀਜ਼ ਡੋਰ ਇੱਕ ਐਸੀ ਡੋਰ ਹੈ, ਨਾ ਉਹ ਟੁੱਟਦੀ ਹੈ ਜੀ, ਨਾ ਗਲਦੀ ਹੈ। ਤੇ ਉਹਦੇ ਵਿੱਚ ਜਦੋਂ ਇਹਨਾਂ ਦਾ ਪੈਰ ਫਸ ਜਾਂਦਾ ਜਾਂ ਕੋਈ ਕਬੂਤਰ ਉਸ ਡੋਰ 'ਚ ਫਸਿਆ ਹੁੰਦਾ, ਸ਼ਿਕਾਰ ਕਰਨ ਲਈ ਉੱਥੇ ਜਾਂਦੇ ਆ, ਤਾਂ ਇਹ ਵੀ ਫਸ ਜਾਂਦੇ ਆ ਜੀ। ਤੇ ਇਸੇ ਤਰ੍ਹਾਂ ਸਾਡੇ ਕੋਲ ਜਿੰਨੇ ਵੀ ਬਾਜ ਹੈਗੇ, ਉਸ ਤੋਂ ਜ਼ਿਆਦਾਤਰ ਜਿਹੜੇ ਹੈਗੇ ਉਹ ਚਾਈਨੀਜ਼ ਡੋਰ 'ਚ ਫਸਣ ਕਾਰਨ ਸਾਡੇ ਕੋਲ ਆਏ ਆ ਜੀ। ਜੀ ਸੰਦੀਪ ਜੀ, ਜਿਵੇਂ ਸਿੱਖ ਧਰਮ ਦੇ ਵਿੱਚ ਵੀ ਕਿਹਾ ਗਿਆ ਹੈ ਕਿ ਮਨ ਨੀਵਾਂ ਮੱਤ ਉੱਚੀ, ਤਾਂ ਬਾਜ ਨੇ ਨਾਲ ਵੀ ਇਹ ਸੋਚਿਆ ਜਾਂਦਾ ਹੈਗਾ, ਸਮਝਿਆ ਜਾਂਦਾ ਕਿ ਬਾਜ ਬੜਾ ਉਚਾਈਆਂ ਚੁੜਦਾ ਹੈਗਾ, ਪਰ ਉਹ ਆਪਣੀ ਨਜ਼ਰ ਜਿਹੜੀ ਹੈ ਬਹੁਤ ਨੀਵੀਂ ਰੱਖਦਾ ਹੈਗਾ ਨਾ। ਤਾਂ ਇਸ ਦੇ ਬਾਰੇ, ਜਿਵੇਂ ਜ਼ਖਮੀ ਹਾਲਤ ਦੇ ਵਿੱਚ ਤੁਸੀਂ ਲੈ ਕੇ ਆਉਂਦੇ ਹੋ, ਤੁਸੀਂ ਕਿਹਾ ਕਿ ਇਹਨੂੰ ਪਿੰਜਰੇ 'ਚ ਨਹੀਂ ਰੱਖਿਆ ਜਾ ਸਕਦਾ, ਤੁਸੀਂ ਪਿੰਜਰੇ 'ਚ ਬੰਦ ਕੀਤਾ ਹੋਇਆ ਹੈਗਾ ਇਹਨਾਂ ਨੂੰ। ਇਹ ਜ਼ਖਮੀ ਤੱਕ ਹੀ, ਜਦੋਂ ਤੱਕ ਇਹ ਠੀਕ ਨਹੀਂ ਹੁੰਦੇ ਉਹਨਾਂ ਟਾਈਮ ਕਿ ਪੱਕੇ ਹੀ ਤੁਸੀਂ ਰੱਖੇ ਹੋਏ ਨੇ? ਨਹੀਂ, ਪੱਕੇ ਨਹੀਂ ਰੱਖੇ ਹੋਏ ਜੀ, ਇਹ ਜਦ ਤੱਕ ਜ਼ਖਮੀ ਨੇ। ਕਿਉਂਕਿ ਜਦੋਂ ਇਹ ਜ਼ਖਮੀ ਹੋ ਜਾਂਦੇ ਆ, ਜਾਂ ਤਾਂ ਇਹਨਾਂ ਦੇ ਲੱਤ 'ਤੇ ਸੱਟ ਹੁੰਦੀ ਹੈ ਜ਼ਿਆਦਾ, ਜਾਂ ਇਹਨਾਂ ਦੇ ਮੋਢੇ ਉਤਰ ਜਾਂਦੇ ਆ ਜੀ, ਜਿਹਦੇ ਕਾਰਨ ਇਹ ਉੜ ਨਹੀਂ ਸਕਦੇ। ਤਾਂ ਅਸੀਂ ਜਦੋਂ ਇਹਨਾਂ ਨੂੰ ਲੈ ਕੇ ਆਉਂਦੇ, ਇਹਨਾਂ ਨੂੰ 2-3 ਦਿਨ ਦਿੱਕਤ ਹੁੰਦੀ ਹੈ। ਪਿੰਜਰਾ ਵੱਡਾ ਸੀ ਤਾਂ ਹੀ ਰੱਖਿਆ। ਅਸੀਂ ਇਹਨਾਂ ਨੂੰ ਪਿੰਜਰੇ 'ਚ ਤਾਂ ਰੱਖਦੇ ਹਾਂ ਜੀ ਰਾਤ ਵੇਲੇ, ਜਦੋਂ ਵੈਸੇ ਇਹਨਾਂ ਨੂੰ ਬਾਹਰ ਕੱਢ ਦਿੰਦੇ ਆ। ਤੇ ਤੁਸੀਂ ਦੇਖ ਸਕਦੇ ਹੋ ਜਿਹੜੀ ਆ ਅਸੀਂ ਸੁਸਾਇਟੀ ਜਗ੍ਹਾ ਲਿੱਤੀ ਹੋਈ ਹੈ, ਇਹ ਪੂਰੀ ਪੇੜਾਂ ਨਾਲ ਢੱਕੀ ਹੋਈ ਹੈ।
ਤੇ ਅਸੀਂ ਇਹਨਾਂ ਨੂੰ ਪੇੜਾਂ ਤੇ ਬਿਠਾ ਦਿੰਦੇ ਹਾਂ। ਜਦੋਂ ਸਾਨੂੰ ਲੱਗਦਾ ਕਿ ਸਮਾਂ ਹੁਣ 6-7 ਵਜੇ ਦਾ ਹੋ ਗਿਆ ਤਾਂ ਅਸੀਂ ਅੰਦਰ ਕਰ ਦਿੰਦੇ ਹਾਂ ਕਿ ਰਾਤ ਵੇਲੇ ਕੋਈ ਹੋਰ ਬਿੱਲੀ ਵਗੈਰਾ ਜਾਂ ਕੋਈ ਹੋਰ ਜਾਨਵਰ ਇਹਨਾਂ ਨੂੰ ਫੜ ਨਾ ਲਏ, ਕਿਉਂਕਿ ਉੜ ਸਕਦੇ ਨਹੀਂ ਇਹ, ਇਸ ਕਰਕੇ। ਬਾਕੀ ਪਿੰਜਰੇ 'ਚ ਰੱਖਣ ਦਾ ਸਾਡਾ ਪਰਪਸ ਸਿਰਫ ਇਹਨਾਂ ਦੀ ਸੇਫਟੀ ਹੈ, ਹੋਰ ਕੁਝ ਨਹੀਂ। ਉਸ ਤੋਂ ਬਾਅਦ ਜਦੋਂ ਠੀਕ ਹੋ ਜਾਣਗੇ ਉਸ ਤੋਂ ਬਾਅਦ ਤੁਸੀਂ ਇਹਨਾਂ ਨੂੰ ਛੱਡ ਦੇਣਾ ਹੈਗਾ? ਹਾਂਜੀ, ਸਾਨੂੰ ਸਰ ਜਿਵੇਂ ਹੁਣ ਕਿਸੇ ਨੇ ਕਾਲ ਕਰਕੇ ਬੁਲਾਇਆ, ਤੁਸੀਂ ਲਾ ਲਓ ਪਟਿਆਲੇ ਦੇ ਕਿਸੇ ਏਰੀਆ 'ਚੋਂ ਫੋਨ ਆਇਆ ਕਿ ਇੱਕ ਬਰਡ ਫਸਿਆ ਹੋਇਆ ਜਾਂ ਟਾਵਰ 'ਚ ਹੈ ਜਾਂ ਕਿਸੇ ਦੇ ਘਰ ਗਿਰਿਆ ਹੋਇਆ, ਤਾਂ ਅਸੀਂ ਉਹ ਲੋਕੇਸ਼ਨ ਨੂੰ ਸਰਚ ਕਰਕੇ ਆਪਣੀ ਫਾਈਲ ਤਿਆਰ ਕਰਦੇ ਹਾਂ, ਕਿਸ ਨੇ ਫੋਨ ਕੀਤਾ, ਕਦੋਂ ਬੁਲਾਇਆ ਤੇ ਕਿਸ ਜਗ੍ਹਾ ਤੋਂ ਅਸੀਂ ਇਹਨੂੰ ਰੈਸਕਿਊ ਕੀਤਾ। ਉਸ ਤੋਂ ਬਾਅਦ ਇਹਨੂੰ 3 ਮਹੀਨੇ 4 ਮਹੀਨੇ 6 ਮਹੀਨੇ ਜਿੰਨਾ ਵੀ, ਕਿਉਂਕਿ ਇਹਨਾਂ ਦੀ ਰਿਕਵਰੀ ਬਹੁਤ ਸਲੋ ਹੁੰਦੀ ਹੈ, ਕਿਉਂਕਿ ਜਿਹੜੀ ਇੰਜਰੀ ਹੁੰਦੀ ਹੈ ਉਹਨੂੰ ਜ਼ਿਆਦਾਤਰ ਸਟਿਚਸ ਲਗਾਉਣੇ ਪੈਂਦੇ ਆ ਜੀ। ਜਦੋਂ ਹਸਪੀਟਲ ਲੈ ਕੇ ਜਾਂਦੇ ਆ ਤਾਂ ਇਹਨਾਂ ਦੇ ਕਾਫੀ ਪੰਖ ਰਿਮੂਵ ਕਰਨੇ ਪੈਂਦੇ ਆ। ਉਸ ਤੋਂ ਬਾਅਦ ਇਹਦਾ ਜ਼ਖਮ ਸੁੱਕਦਾ ਜੀ, ਜ਼ਖਮ ਸੁੱਕਣ ਤੋਂ ਬਾਅਦ ਜਿਹੜੇ ਪੰਖ ਆਉਣ ਨੂੰ ਟਾਈਮ ਲੱਗਦਾ, 6 ਮਹੀਨੇ ਵੀ ਲੱਗ ਜਾਂਦੇ ਆ, ਕਈ 3 ਮਹੀਨੇ 'ਚ ਰਿਕਵਰ ਹੋ ਜਾਂਦੇ ਜੀ। ਉਸ ਤੋਂ ਬਾਅਦ ਜਦੋਂ ਸਾਨੂੰ ਲੱਗਦਾ ਕਿ ਇਹ ਪੂਰੀ ਤਰ੍ਹਾਂ ਪ੍ਰੋਪਰ ਠੀਕ ਹੋ ਗਿਆ, ਅਸੀਂ ਡਾਕਟਰ ਕੋਲ ਇੱਕ ਲਾਸਟ ਵਿਜ਼ਿਟ ਕਰਾ ਕੇ ਜਦੋਂ ਕਹਿੰਦੇ ਕਿ ਓਕੇ ਆ ਇਹਨੂੰ ਛੱਡ ਦਿਓ, ਤਾਂ ਜਿਸ ਜਗ੍ਹਾ ਤੋਂ ਸਾਨੂੰ ਮਿਲਦਾ ਉਸੇ ਜਗ੍ਹਾ ਤੇ ਜਾ ਕੇ ਇਹਨੂੰ ਰਿਲੀਫ ਕੀਤਾ ਜਾਂਦਾ। ਔਰ ਜਿਸ ਬੰਦੇ ਦਾ ਫੋਨ ਆਉਂਦਾ ਸਾਨੂੰ, ਜਿਨ੍ਹਾਂ ਨੇ ਰੈਸਕਿਊ ਕਰਾਇਆ ਹੁੰਦਾ, ਉਹਨਾਂ ਦੇ ਹੱਥੋਂ ਹੀ ਅਸੀਂ ਰਿਲੀਫ ਕਰਾਉਂਦੇ ਆ, ਤਾਂ ਕਿ ਜਿਹੜਾ ਉਹਨਾਂ ਨੂੰ ਇਹ ਜਿਹੜਾ ਭਲਾ ਕੰਮ ਉਹਨਾਂ ਨੇ ਕੀਤਾ ਉਹਦਾ ਉਹਨਾਂ ਨੂੰ ਬੈਨੀਫਿਟ ਮਿਲ ਸਕੇ ਜੀ। ਇਸ ਗੱਲ ਦੇ ਵਿੱਚ ਕਿੰਨੀ ਕੁ ਸੱਚਾਈ ਹੈ ਸੰਦੀਪ ਜੀ? ਕਹਿੰਦੇ ਨੇ ਕਿ ਜਦੋਂ ਇਹ ਤੁਸੀਂ ਕਿਹਾ ਕਿ ਮੁਰਦਾਰ ਨਹੀਂ ਖਾਂਦੇ, ਕਿਸੇ ਦਾ ਕੀਤਾ ਹੋਇਆ ਸ਼ਿਕਾਰ ਨਹੀਂ ਖਾਂਦੇ, ਆਪਣਾ ਸ਼ਿਕਾਰ ਖੁਦ ਕਰਦੇ ਨੇ, ਇਹ ਇਹਨਾਂ ਦੀ ਨਸਲ ਦੀ ਖਾਸੀਅਤ ਹੈ। ਇਹ ਵੀ ਕਹਿੰਦੇ ਨੇ ਕਿ ਇਸ ਪੰਛੀ ਦੀ ਉਮਰ ਬੜੀ ਲੰਬੀ ਹੁੰਦੀ ਹੈ, 70-80 ਸਾਲ ਤੱਕ ਹੁੰਦੀ ਹੈ, ਪਰ ਕਹਿੰਦੇ 40 ਸਾਲ ਤੋਂ ਬਾਅਦ ਇਹਨਾਂ ਦੀ ਜਿਹੜੀ ਉਹ ਕਪੈਸਿਟੀ ਹੁੰਦੀ ਆ ਲੜਨ ਦੀ, ਸ਼ਿਕਾਰ ਕਰਨ ਦੀ, ਉਹ ਖਤਮ ਹੋ ਜਾਂਦੀ ਹੈ। ਉਸ ਤੋਂ ਬਾਅਦ ਦੋ ਸਾਧਨ ਬਚਦੇ ਨੇ, ਜਾਂ ਤਾਂ ਕਿਸੇ ਦਾ ਕੀਤਾ ਹੋਇਆ ਸ਼ਿਕਾਰ ਖਾਣ, ਜਾਂ ਫਿਰ ਇਹ ਕੀ ਕਰਦੇ ਨੇ ਕਿ ਦੂਰ ਪਹਾੜੀਆਂ ਚਲੇ ਜਾਂਦੇ ਨੇ, ਆਪਣੀ ਚੁੰਝ, ਆਪਣੇ ਪੰਖ, ਆਪਣੀਆਂ ਨੌਂਦਰਾਂ ਤੋੜ ਲੈਂਦੇ ਨੇ, ਉਸ ਤੋਂ ਬਾਅਦ ਦੁਬਾਰਾ ਆਉਂਦੀਆਂ। ਇਸ ਗੱਲ ਦੇ ਵਿੱਚ ਸੱਚਾਈ ਹੈ? ਇਹ ਸੱਚ ਹੈ ਜੀ। ਜਦੋਂ ਇਹਨਾਂ ਨੂੰ ਲੱਗਦਾ ਕਿ ਇਹਨਾਂ ਦੀ ਜਿਹੜੀ ਚੁੰਝ ਆ ਉਸ 'ਚ ਜਾਨ ਨਹੀਂ ਰਹੀ, ਮਤਲਬ ਪਕੜ ਪੂਰੀ ਨਹੀਂ ਰਹੀ, ਜਾਂ ਇਹਨਾਂ ਦੇ ਜਿਹੜੇ ਨੇਲਸ ਹੈ ਟੁੱਟ ਚੁੱਕੇ ਅੱਧੇ ਅੱਧੇ, ਤਾਂ ਇਹ ਕੋਈ ਉੱਚੀ ਜਗ੍ਹਾ ਤੇ ਜਾ ਕੇ ਪੱਥਰ ਤੇ ਆਪਣੀ ਚੁੰਝ ਨੂੰ ਮਾਰ ਕੇ ਜਾਂ ਨੋਆਂ ਨੂੰ ਘਸਾ ਕੇ ਤੋੜ ਦਿੰਦੇ ਆ ਜੀ। ਫਿਰ ਇਹ ਵੇਟ ਕਰਦੇ ਆ ਕਿ ਉਹ ਚੀਜ਼ ਆਏ, ਉਦੋਂ ਤੱਕ ਇਹ ਛੋਟਾ ਮੋਟਾ ਸ਼ਿਕਾਰ ਜ਼ਮੀਨ ਤੇ ਜਾਂ ਕੁਝ ਵੀ ਖਾ ਲੈਂਦੇ ਆ। ਤੇ ਦੂਜੀ ਇਹਨਾਂ ਦੀ ਖਾਸੀਅਤ ਹੁੰਦੀ ਹੈ ਜੀ ਕਿ ਇਹਨਾਂ ਦੇ ਪੰਜੇ 'ਚ ਇੰਨੀ ਜਾਨ ਹੁੰਦੀ ਹੈ ਕਿ ਛੋਟਾ ਜੀਵ ਇਹ ਦੇਖ ਲੈਣ ਤਾਂ ਉਹਨੂੰ ਚੱਕ ਕੇ ਜਿੱਥੇ ਮਰਜ਼ੀ ਲੈ ਕੇ ਇਹਨੂੰ ਖਾ ਸਕਦੇ ਆ ਆਰਾਮ ਨਾਲ। ਇਹਨਾਂ ਨੂੰ ਮੇਨ ਜਿਹਦੀ ਲੋੜ ਹੁੰਦੀ ਹੈ, ਜਿਵੇਂ ਕੋਈ ਤਕੜਾ ਸ਼ਿਕਾਰ ਮਿਲ ਜੇ, ਚੁੰਝ 'ਚ ਜਾਨ ਹੋਣੀ ਚਾਹੀਦੀ ਹੈ ਉਹਦੇ ਸਰੀਰ ਨੂੰ ਪਾੜਨ ਲਈ ਵੀ, ਕਿਉਂਕਿ ਇਹਨਾਂ ਦੇ ਸ਼ਿਕਾਰ ਕਰਨ ਦਾ ਤਰੀਕਾ ਹੁੰਦਾ ਕਿ ਇਹ ਜ਼ਿਆਦਾਤਰ ਕਬੂਤਰ ਉੜਦੀ ਚੀਜ਼ ਜ਼ਿਆਦਾ ਫੜਦੇ ਆ ਤੇ ਉਹਨੂੰ ਸਿੱਧੇ ਮੂੰਹ ਗੇੜਦੇ ਆ ਥੱਲੇ, ਛਾਤੀ ਆਪਣੇ ਵੱਲ ਕਰਕੇ ਉਹਦੀ ਛਾਤੀ ਤੋਂ ਸ਼ਿਕਾਰ ਕਰਨਾ ਸ਼ੁਰੂ ਕਰਦੇ ਆ ਜੀ, ਖਾਣਾ ਸ਼ੁਰੂ ਕਰਦੇ ਆ ਉਹਨੂੰ। ਤੇ ਉਹਦੇ ਜਿਹੜੇ ਆਰਗਨਸ ਹੁੰਦੇ ਆ ਨਾਰਮਲ ਉਹੀ ਖਾਂਦੇ ਆ, ਹੱਡੀ ਵਗੈਰਾ ਤਾਂ ਇਹ ਖਾ ਨਹੀਂ ਸਕਦੇ। ਤੇ ਜਿਹੜਾ ਇਹਨਾਂ ਦਾ ਤੁਸੀਂ ਦੱਸਿਆ ਕਿ ਨੋਹ ਤੋੜਨਾ ਤੇ ਚੁੰਝੀ, ਇਹ ਸਹੀ ਗੱਲ ਹੈ ਜੀ, ਬਿਲਕੁਲ ਸੱਚ ਹੈ। ਤੇ ਜਿਹੜੇ ਜੀਵ ਵਿਚਾਰੇ ਨਹੀਂ ਕਰ ਪਾਉਂਦੇ ਉਹਨਾਂ ਨੂੰ ਇਹ ਹੁੰਦਾ ਕਿ ਉਹ ਜਾਂ ਤਾਂ ਜਿਹੜੇ ਚਿਕਨ ਦੀ ਦੁਕਾਨਾਂ ਹੁੰਦੀਆਂ ਜਿੱਥੇ ਮਾਸ ਕੱਟਿਆ ਜਾਂਦਾ, ਵੇਚਿਆ ਜਾਂਦਾ, ਉਹਦੇ ਆਸ-ਪਾਸ ਮੰਡਰਾਉਂਦੇ ਰਹਿੰਦੇ, ਕਿਉਂਕਿ ਉੱਥੇ ਕੁਛ ਨਾ ਕੁਛ ਉਹਨਾਂ ਨੂੰ ਖਾਣ ਨੂੰ ਮਿਲ ਜਾਂਦਾ। ਉਹ ਉਹਨਾਂ ਦੀ ਮਜਬੂਰੀ ਹੁੰਦੀ ਹੈ ਜੀ, ਉਮਰ ਦਾ ਢਲਣਾ ਤੇ ਸ਼ਿਕਾਰ ਨਾ ਮਿਲਣਾ ਵੀ ਇੱਕ ਬੜੀ ਵੱਡੀ ਇਹਨਾਂ 'ਚ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਜਿਵੇਂ ਟਾਵਰ ਲੱਗਣ ਨਾਲ, 5G ਆਉਣ ਨਾਲ, ਜਾਂ ਹੋਰ ਜਿਹੜਾ ਪੋਲਿਊਸ਼ਨ ਵੱਧ ਰਿਹਾ ਉਹਦੇ ਨਾਲ ਛੋਟੇ ਪੰਛੀ, ਚਿੜੀਆਂ, ਕਬੂਤਰ ਬਹੁਤ ਘੱਟ ਰਹੇ ਆ ਜੀ। ਉਹਦੇ ਕੱਟਣ ਕਰਕੇ ਇਹਨਾਂ ਨੂੰ ਸ਼ਿਕਾਰ ਮਿਲਦਾ ਨਹੀਂ, ਤੇ ਉਹ ਵੀ ਇੱਕ ਕਾਰਨ ਮੇਨ ਮੰਨਿਆ ਜਾ ਸਕਦਾ ਹੈ ਕਿ ਇਹ ਮੁਰਦਾਰ ਖਾਣ ਲਈ ਮਜਬੂਰ ਹੋ ਰਹੇ ਨੇ ਜੀ। ਤੁਸੀਂ ਕਿਹਾ ਕਿ ਚਿਕਨ ਦੀਆਂ ਦੁਕਾਨਾਂ ਉੱਥੋਂ ਇਹ ਉਸ ਦੇ ਨੇੜੇ ਮੰਡਰਾਉਂਦੇ ਨੇ। ਇਸ ਨਸਲ ਨੂੰ ਕਿਹੜੀ ਨਸਲ ਕਹਿੰਦੇ ਨੇ ਜਿਹੜੀ ਇਹ ਬਾਜ? ਇਹ ਅਮੂਰ ਨਸਲ ਹੈ ਜੀ। ਤੁਸੀਂ ਕਲੋਜ਼ਅਪ ਲੈ ਕੇ ਦੇਖੋ ਇਹਦਾ, ਇਹ ਜ਼ਿਆਦਾਤਰ ਜਿਵੇਂ 골ਡਨ ਈਗਲ ਕਿਹਾ ਜਾਂਦਾ ਉਹ ਅਲੱਗ ਚੀਜ਼ ਹੈ ਜੀ, ਪਰ ਇਹ ਉਹਦੇ ਨਾਲ ਮਿਲਦਾ ਜੁਲਦਾ। ਇੰਗਲਿਸ਼ ਇਹਨੂੰ ਬਲੈਕ ਕਾਈਟ ਵੀ ਕਹਿੰਦੇ ਆ ਜੀ। ਤੇ ਇਹ ਮੁਗਲ ਲੈ ਕੇ ਆਏ ਸੀ ਜਦੋਂ ਹਿੰਦੁਸਤਾਨ 'ਚ ਆਏ ਸੀ ਉਹ, ਤਾਂ ਇਹ ਅਮੌਰ ਪ੍ਰਜਾਤੀ ਹੈ। ਅਫਗਾਨਿਸਤਾਨ ਤੋਂ ਇਹਨਾਂ ਦੀ ਜਿਹੜੀ ਹੋਂਦ ਮੰਨੀ ਜਾਂਦੀ ਹੈ ਜੀ। ਅਫਗਾਨਿਸਤਾਨ, ਪਾਕਿਸਤਾਨ, ਕਜ਼ਾਕਿਸਤਾਨ, ਹਿੰਦੁਸਤਾਨ ਤੇ ਚਾਈਨਾ ਦੇ ਕਿਸੇ ਏਰੀਏ 'ਚ ਉੱਥੇ ਤੱਕ ਇਹ ਮੌਜੂਦ ਹੈ ਜੀ। ਬਾਕੀ ਇਸ ਤੋਂ ਬਾਅਦ ਇਹਨਾਂ ਦੀ ਨਸਲਾਂ ਵੱਧੀ ਜਾਂਦੀਆਂ। ਇਹਨਾਂ 'ਚ ਇੱਕ ਤਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਪੈਰਾਗਰਾਈਨ, ਜਿਹੜਾ ਜਿਸ ਨੂੰ ਸ਼ਾਹੀਨ ਕਿਹਾ ਜਾਂਦਾ ਜੀ। ਇੱਕ ਇਹਨਾਂ 'ਚ ਹੋਰ ਨਸਲ ਆਉਂਦੀ ਹੈ, ਉਹਨੂੰ ਹਾਵਕ ਕਿਹਾ ਜਾਂਦਾ ਜੀ। ਇੱਕ ਉਹ ਚੀਜ਼ ਵੀ ਉਹਦੀ ਕਾਫੀ ਹਾਈਟ ਉੱਚੀ ਹੁੰਦੀ ਹੈ। ਇਹਨਾਂ ਵਿੱਚ ਜਿਹੜੇ ਗਰੂੜ ਆਉਂਦਾ ਜੀ, ਉਹ ਵੀ ਇਹਨਾਂ ਵਰਗਾ ਹੁੰਦਾ, ਉਹਦੀ ਉਚਾਈ ਬਹੁਤ ਹੁੰਦੀ ਹੈ ਤੇ ਉਹਦੇ ਸਿਰ ਤੇ ਤਾਜ ਹੁੰਦਾ ਜੀ, ਪੰਖਾਂ ਦਾ ਹੀ। ਤੇ ਇਵੇਂ ਇਹਨਾਂ 'ਚ ਕਈ ਹੋਰ ਪ੍ਰਜਾਤੀਆਂ, ਕਾਫੀ ਪ੍ਰਜਾਤੀਆਂ ਦਾ ਮੈਂ ਨਾਮ ਤੁਹਾਨੂੰ ਪੂਰੇ ਲੈ ਨਹੀਂ ਪਾਵਾਂਗਾ, ਪਰ ਤੁਸੀਂ ਸਰਚ ਕਰ ਸਕਦੇ ਹੋ ਗੂਗਲ ਤੇ ਕਈ ਥਾਵਾਂ ਤੇ। ਫਾਲਕਨ ਵੀ ਕਿਹਾ ਜਾਂਦਾ ਜੀ ਇਹਨੂੰ, ਵਾਈਟ ਫਾਲਕਨ ਹੁੰਦਾ ਹੈ, ਵਾਈਟ ਈਗਲ ਹੁੰਦੀ ਹੈ ਜੀ, ਇੱਕ ਅਮਰੀਕਨ ਈਗਲ ਹੁੰਦਾ ਹੈ, ਕੈਲੀਫੋਰਨੀਆ 'ਚ ਈਗਲ ਹੈਗੇ ਜੀ। ਤੇ ਕਈ ਪ੍ਰਜਾਤੀਆਂ ਆਸਟ੍ਰੇਲੀਆ ਤੋਂ, ਜਾਂ ਤੁਸੀਂ ਲਾ ਲਓ ਕਿ ਜਿਹੜੇ ਪਰਜੀਵੀ ਹੁੰਦੇ ਜਿਹੜੇ ਉੜ ਕੇ ਇੱਥੇ ਆ ਜਾਂਦੇ, ਤੇ ਉਹ ਬਾਜ ਵੀ ਤੁਹਾਨੂੰ ਸਰਦੀਆਂ 'ਚ ਦੇਖਣ ਨੂੰ ਮਿਲ ਸਕਦੇ ਆ ਜੀ। ਜਿਵੇਂ ਸੰਦੀਪ ਜੀ, ਤੁਸੀਂ ਇਹਨਾਂ ਦੀ ਖੁਰਾਕ ਦਾ ਕਿਵੇਂ ਮੇਨਟੇਨ ਕਰਦੇ ਹੋ? ਖੁਰਾਕ ਜਿਵੇਂ ਮਾਸ ਦੀ ਆਪਾਂ ਗੱਲ ਕਰੀਏ ਤਾਂ ਕਿਵੇਂ ਇਹਨਾਂ ਤੱਕ ਲੈ ਕੇ ਆਉਂਦੇ ਹੋ? ਸਰ ਇਹ ਹੁੰਦਾ ਜੀ, ਜਿਵੇਂ ਸਾਡੀ ਜਿਹੜੀ ਸੰਸਥਾ ਉਹਦੇ ਜਿਹੜੇ ਫਾਊਂਡਰ ਨੇ ਉਹ ਅੰਕਿਤ ਯਾਦਵ ਜੀ ਨੇ, ਜੋ ਪਟਿਆਲੇ ਦੇ ਰਹਿਣ ਵਾਲੇ ਨੇ, ਤੇ ਉਹ ਇਸ ਵਕਤ ਕੈਨੇਡਾ 'ਚ ਨੇ।
ਤੇ ਉਹਨਾਂ ਨੇ ਹੀ ਇਸ ਪਾਸੇ ਮੈਨੂੰ ਜੋੜਿਆ ਤੇ ਹੋਰ ਬੰਦਿਆਂ ਨੂੰ ਸਾਡੀ ਟੀਮ ਜਿਹੜੀ ਸਾਡੀ ਫਰੈਂਡ ਸਰਕਲ ਸੀਗੇ ਸ਼ੁਰੂ ਤੋਂ ਸਟੱਡੀ ਕੀਤੀ ਜਿਨ੍ਹਾਂ ਨਾਲ ਜਾਂ ਜਿਨ੍ਹਾਂ ਨਾਲ ਬਚਪਨ ਬੀਤਿਆ ਤੇ ਜਿਨ੍ਹਾਂ ਦੀ ਸੋਚ ਨੇਚਰ ਪ੍ਰਤੀ ਅੱਛੀ ਹੈ ਜੀ ਤੇ ਉਹਨਾਂ ਦੇ ਮਤਲਬ ਯੋਗਦਾਨ ਨਾਲ ਹੀ ਇਹ ਸਾਰਾ ਕੁਝ ਚੱਲ ਰਿਹਾ ਹੈ ਤੇ ਸਾਰਾ ਜਿਹੜਾ ਤੁਸੀਂ ਇਹਨਾਂ ਦਾ ਖਾਣਾ ਪੁੱਛ ਰਹੇ ਹੋ ਸਾਡੇ ਕੋਲ ਇੱਕ ਭਾਜੀ ਹੈਗੇ ਜਿਨ੍ਹਾਂ ਦਾ ਚਿਕਨ ਦਾ ਕੰਮ ਹੈ ਤੇ ਉਹ ਬਿਲਕੁਲ ਜਦੋਂ ਫਰੈਸ਼ ਉਹਨਾਂ ਦਾ ਚੀਜ਼ ਵਿਕਦੀ ਹੈ ਤਾਂ ਉਹ ਸਾਡੇ ਲਈ ਇਹਨਾਂ ਦਾ ਜਿਹੜੀ ਮੇਨ ਕਲੇਜੀ ਹੁੰਦੀ ਹੈ ਜੀ ਜੋ ਖੁਸ਼ ਹੋ ਕੇ ਖਾਂਦੇ ਆ ਉਹ ਬਿਲਕੁਲ ਫਰੈਸ਼ ਅਸੀਂ ਲੈ ਕੇ ਇਹਨਾਂ ਨੂੰ ਖਵਾਉਂਦੇ ਆ ਇਹਨਾਂ ਨੂੰ ਲੋਕ ਕਈ ਸੋਚਦੇ ਹੋਣੇ ਕਿ ਇੱਕ ਪਾਸੇ ਬਚਾ ਰਹੇ ਆ ਤੇ ਇੱਕ ਪਾਸੇ ਮਾਸ ਖਵਾ ਰਹੇ ਆ ਉਹਦਾ ਕਾਰਨ ਇਹ ਹੈ ਕਿ ਇਹ ਮਾਸ ਤੋਂ ਸਿਵਾ ਕੁਝ ਨਹੀਂ ਖਾ ਸਕਦਾ ਜੀ ਇਹਨੂੰ ਤੁਸੀਂ ਫਰੂਟ ਖਵਾ ਦਿਓ ਕੁਝ ਖਵਾ ਦਿਓ ਇਹਨੇ ਖਾਣਾ ਨਹੀਂ ਜਾਂ ਤੁਸੀਂ ਇਹਨੂੰ ਫੂਡ ਦੇ ਸਕਦੇ ਹੋ ਚਿਕਨ ਦੇ ਸਕਦੇ ਹੋ ਜਾਂ ਕੁਝ ਨਹੀਂ ਦੇ ਸਕਦੇ ਹੁਣ ਜੇ ਅਸੀਂ ਇਹਨੂੰ ਕਿੱਥੋਂ ਲੈ ਕੇ ਆਇਆ ਤਾਂ ਇਹਨੂੰ ਬਚਾਉਣਾ ਵੀ ਸਾਡਾ ਜ਼ਰੂਰੀ ਹੈ ਜੀ ਤੇ ਇਸ ਕਰਕੇ ਅਸੀਂ ਇਹਨਾਂ ਨੂੰ ਚਿਕਨ ਖਵਾਉਂਦੇ ਆ ਤਾਂ ਕਿ ਇਹ ਬਚ ਸਕਣ ਕਿਉਂਕਿ ਇਹਨਾਂ ਦੀ ਪ੍ਰਜਾਤੀ ਹੌਲੀ ਹੌਲੀ ਘਟਦੀ ਜਾ ਰਹੀ ਹੈ ਤੇ ਇਹ ਨਾ ਹੋਏ ਕਿ ਅਸੀਂ ਹੌਲੀ ਹੌਲੀ ਸਾਰਾ ਕੁਝ ਅਸੀਂ ਖੋਹ ਲਈ ਆਪਣੇ ਆਪ ਤੋਂ ਜੁਦਾ ਕਰ ਦਈਏ ਕਿਉਂਕਿ ਇਨਸਾਨ ਦਾ ਜਿਹੜਾ ਮੈਂ ਤੁਹਾਨੂੰ ਪਹਿਲਾਂ ਵੀ ਇਹ ਚੀਜ਼ ਦੱਸੀ ਹੈ ਕਿ ਆਪਣੇ ਪ੍ਰਤੀ ਸੋਚ ਰਹਿ ਗਈ ਸਿਰਫ। ਸੰਦੀਪ ਜੀ ਬਹੁਤ ਚੰਗਾ ਲੱਗਿਆ ਜੋ ਤੁਹਾਨੂੰ ਦੇਖ ਰਹੇ ਨੇ ਜਿੰਨੇ ਸਾਡੇ ਦੋਸਤ ਮਿੱਤਰ ਤੁਹਾਨੂੰ ਦੇਖ ਰਹੇ ਨੇ ਕੀ ਕਹਿਣਾ ਚਾਹੋਗੇ ਪਟਿਆਲੇ ਦੇ ਵਿੱਚ ਤੁਹਾਡੀ ਸੰਸਥਾ ਹੈਗੀ ਕਿਤੇ ਤੁਹਾਨੂੰ ਲੱਗਦਾ ਕਹਿਣਾ ਚਾਹੀਦਾ ਹੈ ਕਿ ਜੇ ਤੁਹਾਨੂੰ ਲੱਗਦਾ ਕਿਤੇ ਕੋਈ ਪੰਛੀ ਜ਼ਖਮੀ ਹੈ ਤਾਂ ਤੁਹਾਡੇ ਨਾਲ ਸੰਪਰਕ ਕਰਨ। ਹਾਂਜੀ ਜ਼ਰੂਰ ਸਰ ਮੇਰਾ ਨੰਬਰ 9914591777 ਹੈ ਇਹ ਸਾਡਾ ਹੈਲਪਲਾਈਨ ਨੰਬਰ ਹੈ ਕਿੱਥੇ ਵੀ ਇਹ ਨਹੀਂ ਕਿ ਇਕੱਲਾ ਪਟਿਆਲੇ ਪੰਜਾਬ 'ਚ ਜਾਂ ਹਿੰਦੁਸਤਾਨ 'ਚ ਕਿੱਥੇ ਵੀ ਤੁਹਾਨੂੰ ਬਰਡ ਮਿਲੇ ਤੁਸੀਂ ਫੋਨ ਕਰਕੇ ਉਹਦੇ ਬਾਰੇ ਪੁੱਛ ਸਕਦੇ ਹੋ ਫਸਟ ਏਡ ਕਿਵੇਂ ਦੇਣੀ ਹੈ ਜਾਂ ਉਹਦਾ ਖਿਆਲ ਕਿਵੇਂ ਰੱਖਣਾ ਹੈ ਉਹਨੂੰ ਕੀ ਖਵਾ ਸਕਦੇ ਹਾਂ। ਦੂਜੀ ਮੈਂ ਅਪੀਲ ਕਰਨੀ ਚਾਹਾਂਗਾ ਜੀ ਕਿ ਜਿਹੜੀ ਚਾਈਨੀਜ਼ ਡੋਰ ਆਪਣੇ ਬੱਚੇ ਦੀ ਖੁਸ਼ੀ ਲਈ ਆਪਾਂ ਉਹਨਾਂ ਨੂੰ ਪਤੰਗ ਲੈ ਦਿੰਦੇ ਆ ਥੋੜਾ ਜਿਹਾ ਮਨੋਰੰਜਨ ਕਰ ਲੈਂਦੇ ਆ ਪਰ ਉਹ ਮਨੋਰੰਜਨ ਕਿਸੇ ਲਈ ਜਾਨ ਲੈ ਸਕਦਾ ਹੈ ਉਹ ਚਾਈਨੀਜ਼ ਡੋਰ ਟੁੱਟ ਜਾਂਦੀਆਂ ਪਤੰਗਾਂ ਕੱਟ ਜਾਂਦੀਆਂ ਪੇੜਾਂ ਚੜ ਜਾਂਦੀਆਂ ਟਾਵਰਾਂ ਚੜ ਜਾਂਦੀਆਂ ਜੀ ਉਹਨਾਂ 'ਚ ਇਹ ਵਿਚਾਰੇ ਜੀਵ ਫਸਦੇ ਨੇ ਤੇ ਕਿੱਥੇ ਨਾ ਕਿਤੇ ਤੁਸੀਂ ਇਹ ਸੋਚ ਰਹੇ ਹੋ ਕਿ ਅਸੀਂ ਆਪਣੀ ਖੁਸ਼ੀ ਮਨਾ ਰਹੇ ਹਾਂ ਪਰ ਕਿਤੇ ਨਾ ਕਿਤੇ ਅਸੀਂ ਆਪਾਂ ਪਾਪ ਦੇ ਭਾਗੀ ਵੀ ਬਣ ਰਹੇ ਹਾਂ ਤੇ ਮੇਰੀ ਇੱਕ ਅਪੀਲ ਹੈ ਜੀ ਉਹਨਾਂ ਪੇਰੈਂਟਸ ਨੂੰ ਉਹਨਾਂ ਬੱਚਿਆਂ ਨੂੰ ਜੋ ਪਤੰਗਬਾਜ਼ੀ ਦੇ ਸ਼ੌਕੀਨ ਨੇ ਕਿ ਚਾਈਨੀਜ਼ ਡੋਰ ਨੂੰ ਨਾ ਵਰਤੋ ਇਹ ਮੇਰੀ ਹੱਥ ਜੋੜ ਕੇ ਅਪੀਲ ਹੈ ਜੀ ਕਿਉਂਕਿ ਕਈ ਜੀਵਾਂ ਦੇ ਮੌਤ ਦਾ ਕਾਰਨ ਬਣਦੀ ਹੈ ਇਹੀ ਨਹੀਂ ਕਿ ਬਾਜ ਹੈ ਚਿੜੀਆਂ ਨੇ ਜੀ ਕਬੂਤਰ ਕੋਈ ਪੰਛੀ ਐਸੇ ਵੀ ਨਹੀਂ ਜਿਹੜੇ ਬਹੁਤ ਅਨਮੋਲ ਨੇ ਤੇ ਅਸੀਂ ਉਹਨਾਂ ਨੂੰ ਖੋ ਰਹੇ ਹਾਂ ਆਪਣੀ ਕੁਦਰਤ ਹੌਲੀ ਹੌਲੀ ਖੋਈ ਜਾਂਦੇ ਆ ਜੀ ਤੇ ਜੇ ਇਹਨੂੰ ਇਨਸਾਨ ਹੀ ਬਚਾ ਸਕਦਾ ਜੀ ਕਿਉਂਕਿ ਸਮਝ ਰੱਬ ਨੇ ਇਨਸਾਨ ਨੂੰ ਦਿੱਤੀ ਹੈ ਕਿਸੇ ਨੂੰ ਕੁਝ ਖਵਾਉਣ ਦੀ ਕਿਸੇ ਨੂੰ ਬਚਾਉਣ ਦੀ ਰੱਖਿਆ ਦੀ ਕਿਉਂਕਿ ਇਹ ਵਿਚਾਰੇ ਬੇਜ਼ੁਬਾਨ ਨੇ ਕੁਝ ਦੱਸ ਨਹੀਂ ਸਕਦੇ ਜਿਸ ਦਿਨ ਰੱਬ ਨੇ ਇਹਨਾਂ ਨੂੰ ਜ਼ੁਬਾਨ ਦਿੱਤੀ ਤੇ ਦੁਨੀਆ ਦੇ ਸਭ ਤੋਂ ਜ਼ਿਆਦਾ ਤਾਨੇ ਜਿਹੜੇ ਹੈਗੇ ਤਾਂ ਉਹ ਇਨਸਾਨ ਹੀ ਖੱਟੇਗਾ ਮਨੁੱਖ ਨੂੰ ਦੇਣਗੇ ਜਿਵੇਂ ਬਾਜ ਦੀ ਇੱਕ ਤੁਹਾਡੇ ਕੋਲ ਹੋਰ ਪੰਛੀ ਵੀ ਹੈ ਜਿਸ ਦੀ ਲੰਬੀ ਚੁੰਝ ਹੈ ਉਸ ਨੂੰ ਕੀ ਕਹਿੰਦੇ ਨੇ ਇਹਨੂੰ ਹੌਰਨਬਿਲ ਕਿਹਾ ਜਾਂਦਾ ਜੀ ਇਹ ਹਿੰਦੁਸਤਾਨ 'ਚ ਬਹੁਤ ਘੱਟ ਰਹਿ ਗਏ ਮਤਲਬ ਪ੍ਰਜਾਤੀ ਲੁਪਤ ਹੋ ਰਹੀ ਹੈ ਇਹ ਗ੍ਰੇ ਰੰਗ 'ਚ ਹੁੰਦੇ ਨੇ ਤੇ ਇੱਕ ਯੈਲੋ ਐਂਡ ਬਲੈਕ ਕਲਰ 'ਚ ਹੁੰਦੇ ਨੇ ਜਿਹੜੇ ਯੈਲੋ ਬਲੈਕ ਹੈ ਉਹ ਸਾਊਥ ਵੱਲ ਮਿਲਦੇ ਆ ਜ਼ਿਆਦਾਤਰ ਚੇਨਈ ਸਾਈਡ ਉਸ ਸਾਈਡ ਤੇ ਜਿਹੜੇ ਗ੍ਰੇ ਵਾਲਾ ਹੈ ਜੀ ਤੁਸੀਂ ਜਿਹਨੂੰ ਦੇਖ ਰਹੇ ਹੋ ਇਹ ਮਤਲਬ ਲੋਕਲ ਜਿੱਥੇ ਹਰਿਆਲੀ ਜ਼ਿਆਦਾ ਹੁੰਦੀ ਹੈ ਤੁਸੀਂ ਲਾ ਕੇ ਚੱਲੋ ਜਿਵੇਂ ਚੰਡੀਗੜ੍ਹ ਵਾਲੇ ਪਾਸੇ ਜਾਂ ਤੁਹਾਨੂੰ ਇਹ ਜ਼ਿਆਦਾ ਦਿਖਣਗੇ ਦੇਹਰਾਦੂਨ ਮਨਸੂਰੀ ਸਾਈਡ ਉਸ ਸਾਈਡ ਦਿਖਦੇ ਆ ਜੀ ਕੁਝ ਕੁ ਜਿਹੜੇ ਘੁੰਮਣ ਫਿਰਨ ਲਈ ਨਿਕਲ ਜਾਂਦੇ ਨੇ ਪੰਜਾਬ ਵਰਗੇ ਸ਼ਹਿਰ 'ਚ ਵੀ ਕਈ ਇਹ ਪੰਛੀ ਮਿਲਦੇ ਆ ਪਰ ਇਹ ਹੁਣ ਇਹ ਹੈ ਕਿ ਇਹ ਅਲੁਪਤ ਹੋਣ ਵਾਲੀ ਪ੍ਰਜਾਤੀ ਹੈ ਇਹਨਾਂ ਦੀ ਕੇਅਰ ਨਹੀਂ ਹੈ ਕਿਉਂਕਿ ਇਹਨਾਂ ਨੂੰ ਖਾਣ ਪੀਣ ਨੂੰ ਨਹੀਂ ਮਿਲ ਰਿਹਾ ਜੀ ਜਿਹੜੇ ਬਾਗ ਬਗੀਚਿਆਂ 'ਚ ਅਸੀਂ ਫਰੂਟ ਪੈਦਾਵਾਰ ਹੋ ਰਹੀ ਹੈ ਉਹਨਾਂ ਦੇ ਨਾਲ ਠੇਕੇ ਹੋ ਜਾਂਦੇ ਆ ਜੀ ਠੇਕੇਦਾਰ ਹੈ ਮਾਲੀ ਆ ਉਹ ਡੰਡੇ ਮਾਰ ਕੇ ਪੰਛੀਆਂ ਨੂੰ ਭਜਾ ਦਿੰਦਾ ਉਹਨਾਂ ਦਾ ਹਿੱਸਾ ਉਹਨਾਂ ਨੂੰ ਦਿੰਦਾ ਨਹੀਂ ਕੁਦਰਤ ਤੇ ਅਸੀਂ ਕਬਜ਼ਾ ਕਰੀ ਜਾਂਦੇ ਆ ਆਪਣਾ ਸੋਚਣਾ ਕਿਸੇ ਹੋਰ ਜੀਵ ਬਾਰੇ ਸੋਚ ਨਹੀਂ ਰਹੇ ਖਾਣ ਨੂੰ ਇਹਨਾਂ ਨੂੰ ਮਿਲ ਨਹੀਂ ਰਿਹਾ ਉਹਦੇ ਕਾਰਨ ਵੀ ਇਹਨਾਂ ਦੀ ਲੁਪਤ ਹੋਣ ਦਾ ਕਾਰਨ ਜਿਹੜਾ ਮੇਨ ਉਹ ਫੂਡ ਹੈ ਜੀ। ਬਹੁਤ ਬਹੁਤ ਧੰਨਵਾਦ ਸੰਦੀਪ ਮੈਂ ਤੁਹਾਡਾ ਧੰਨਵਾਦ ਕਰਨਾ ਚਾਹਾਂਗਾ ਔਨ 에ਅਰ ਵਾਲਿਆਂ ਦਾ ਕਿ ਤੁਸੀਂ ਸਮਾਂ ਕੱਢ ਕੇ ਇਸ ਚੀਜ਼ ਨੂੰ ਲੋਕਾਂ ਪ੍ਰਤੀ ਮਤਲਬ ਲੋਕਾਂ ਤੱਕ ਪਹੁੰਚਾਈ ਹੈ ਬਹੁਤ ਹੀ ਘੱਟ ਲੋਕ ਸਾਡੇ ਤੱਕ ਆਉਂਦੇ ਨੇ ਤੇ ਮੈਂ ਸਾਈਂ ਜੀ ਐਨੀਮਲ ਕੇਅਰ ਸੁਸਾਇਟੀ ਵੱਲੋਂ ਤੇ ਆਪ ਤਾਂ ਤੁਹਾਡੇ ਸਾਰਿਆਂ ਦਾ ਧੰਨਵਾਦੀ ਹਾਂ ਜੀ। ਲਓ ਜੀ ਇਹ ਸਨ ਸੰਦੀਪ ਸਿੰਘ ਬੜੀ ਕਮਾਲ ਦੀ ਇਹਨਾਂ ਨੇ ਗੱਲ ਕੀਤੀ ਹੈ ਤੇ ਕਮਾਲ ਦੇ ਬੰਦੇ ਨੇ ਕਿ ਪੰਛੀਆਂ ਨੂੰ ਬਚਾਉਂਦੇ ਨੇ ਅਸੀਂ ਦੇਖ ਕੇ ਲੰਘ ਜਾਂਦੇ ਹਾਂ ਕਿਸੇ ਤਾਰ ਤੇ ਲਟਕਿਆ ਹੋਇਆ ਪੰਛੀ ਜਾਂ ਸਾਨੂੰ ਲੱਗੇ ਕਿਤੇ ਜ਼ਖਮੀ ਹੋਇਆ ਤਾਂ ਅਸੀਂ ਚਲੇ ਜਾਂਦੇ ਹਾਂ ਕਿ ਨਹੀਂ ਪੰਛੀ ਨੂੰ ਨਹੀਂ ਬਚਾਉਣਾ ਚਾਹੀਦਾ ਹੌਲੀ ਹੌਲੀ ਸਾਡੇ ਕੋਲੋਂ ਸਾਰੀਆਂ ਪ੍ਰਜਾਤੀਆਂ ਪੰਛੀਆਂ ਦੀਆਂ ਖਤਮ ਹੋ ਜਾਣੀਆਂ ਤੇ ਕਿਉਂਕਿ ਜਿਹੜੀ ਇਹਨਾਂ ਨੇ ਗੱਲ ਕਰੀ ਆ ਬਾਗ ਬਗੀਚੇ ਠੇਕਿਆਂ ਦੇ ਦਿੱਤੇ ਜਾਂਦੇ ਨੇ ਕੋਈ ਵੀ ਫਲ ਫਰੂਟ ਜੇ ਲੱਗੇ ਤਾਂ ਉਹ ਠੇਕੇ ਦਿੱਤਾ ਤੇ ਜਿਹੜੇ ਮਾਲੀ ਹੁੰਦੇ ਨੇ ਜਿਹੜੇ ਜਿਨ੍ਹਾਂ ਨੇ ਠੇਕਾ ਲਿਆ ਹੁੰਦਾ ਉਹ ਡੰਡਾ ਜਾਂ ਰੋੜਾ ਮਾਰ ਕੇ ਉਡਾ ਦਿੰਦਾ ਹਿੱਸਾ ਨਹੀਂ ਦਿੱਤਾ ਜਾਂਦਾ ਪਹਿਲਾਂ ਹਿੱਸੇ ਦਿੱਤੇ ਜਾਂਦੇ ਸੀ ਪੰਛੀਆਂ ਦਾ ਅੱਡ ਜਿਹੜੇ ਘਰ ਦੇ ਵਿੱਚ ਕੰਮ ਕਰਨ ਵਾਲਾ ਜਿਹਨੂੰ ਆਪਾਂ ਸੀਰੀ ਕਹਿ ਦਿੰਦੇ ਹਾਂ ਸੀਰ ਹੁੰਦਾ ਸੀ ਉਹਦਾ ਆਪਣਾ ਸੀਰ ਹੁੰਦਾ ਸੀ ਉਹਦੇ ਹਿੱਸੇ ਕੱਢੇ ਜਾਂਦੇ ਸੀ ਤਾਂ ਸਾਨੂੰ ਆਪਸ ਦੇ ਵਿੱਚ ਮਿਲ ਕੇ ਪੰਛੀਆਂ ਪਸ਼ੂ ਪੰਛੀਆਂ ਨਾਲ ਰਲ ਕੇ ਰਹਿਣਾ ਪਏਗਾ ਤਾਂ ਹੀ ਸਾਡਾ ਸਮਾਜ ਸਾਡੀ ਦੁਨੀਆ ਖੂਬਸੂਰਤ ਹੋਏਗੀ। ਸੰਦੀਪ ਸਿੰਘ ਵਰਗੇ ਉਦਮ ਕਰਦੇ ਨੇ ਤੇ ਸਾਡਾ ਇਹ ਫਰਜ਼ ਬਣਦਾ ਕਿ ਇਹੋ ਜਿਹੇ ਕਮਾਲ ਦੇ ਬੰਦਿਆਂ ਦੀ ਅਸੀਂ ਸਪੋਰਟ ਕਰੀਏ। ਤੁਸੀਂ ਦੇਖਦੇ ਰਹੋ ਕਮਾਲ ਦੇ ਬੰਦੇ ਕੈਮਰਾਮੈਨ ਮਲਕੀਤ ਸਿੰਘ ਦੇ ਨਾਲ ਮੈਂ ਹੈਪੀ ਭਗਤਾ।